ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਪਿਛਲੇ ਕਈ ਹਫ਼ਤਿਆਂ ਤੋਂ ਅਸੀਂ ਤੁਹਾਡੇ ਨਾਲ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਦੀ ਮੁਲਾਕਾਤ ਕਰਵਾ ਰਹੇ ਹਾਂ। ਭਾਈ ਸਾਹਿਬ ਇੱਥੇ ਆ ਕੇ ਉਹ ਇਸ਼ੂਜ਼ ਨੂੰ ਟੱਚ ਕਰ ਰਹੇ ਨੇ ਜਿਨ੍ਹਾਂ ਦੇ ਬਾਰੇ ਪਿਛਲੇ ਜਿਹੜੇ ਅਸੀਂ ਪ੍ਰੋਗਰਾਮਸ ਕੀਤੇ ਸੀ, ਤੁਹਾਡੇ ਵੱਲੋਂ ਸਵਾਲ ਸਾਡੇ ਤੱਕ ਭੇਜੇ ਗਏ ਤੇ ਉਸ ਦੇ ਸੰਦਰਭ ਵਿੱਚ ਕਰਮ ਫਿਲਾਸਫੀ ਦੇ ਉੱਤੇ ਗੱਲਬਾਤ ਚੱਲ ਰਹੀ ਸੀ ਕਿ ਸਿਧਾਂਤ ਯੂਨੀਵਰਸਲ ਹੁੰਦਾ, ਪਰ ਕਰਮ ਫਿਲਾਸਫੀ ਕਰਮ ਸਿਧਾਂਤ ਜੋ ਹੈ ਇਹ ਯੂਨੀਵਰਸਲ ਨਹੀਂ ਹੈ, ਇਸ ਨੂੰ ਅਸੀਂ ਅਪਲਾਈ ਨਹੀਂ ਕਰ ਸਕਦੇ। ਇਹ ਨਹੀਂ ਕਿ ਜੋ ਹੀ ਅਸੀਂ ਬੀਜ ਰਹੇ ਹਾਂ ਉਸ ਦਾ ਹੀ ਸਾਨੂੰ ਫਲ ਮਿਲਣਾ ਹੈ। ਅਤੇ ਯੂਨੀਵਰਸੈਲਿਟੀ ਦੀ ਜਦੋਂ ਅਸੀਂ ਗੱਲ ਕਰਨੇ ਹਾਂ ਇਸ ਵਿੱਚ ਕਾਫੀ ਮਿਲਗੋਬਾ ਹੋ ਗਿਆ ਜਿਸ ਨੂੰ ਕਿ ਅਸੀਂ ਸਮਝ ਨਹੀਂ ਸਕੇ। ਹੁਣ ਸਵਾਲ ਤਾਂ ਆਉਂਦਾ ਹੈ ਕਿ ਜੇਕਰ ਕਰਮ ਫਿਲਾਸਫੀ ਵੀ ਨਹੀਂ ਹੈ ਤਾਂ ਫਿਰ ਕੀ ਹੈ? ਇਸ ਦਾ ਮਤਲਬ ਕਿ ਕੀ ਚੰਗੇ ਕੰਮ ਕਰਨੇ ਛੱਡ ਦੇਣੇ ਚਾਹੀਦੇ ਨੇ? ਕਿ ਜੋ ਕੁਝ ਸਾਨੂੰ ਪਤਾ ਹੈ ਕਿ ਇੱਕ ਭੈ ਸੀ ਕਿ ਜੇ ਮੈਂ ਇਹ ਕਰਾਂਗੇ ਤਾਂ ਚਲੋ ਮੈਨੂੰ ਇਸ ਦਾ ਕੋਈ ਫਲ ਮਿਲੇਗਾ, ਭਾਵੇਂ ਇੱਕ ਕਮਰਸ਼ੀਅਲ ਟ੍ਰਾਂਜੈਕਸ਼ਨ ਅਸੀਂ ਸਮਝਦੇ ਸੀ, ਲੇਕਿਨ ਜੇਕਰ ਉਹ ਵੀ ਭੈ ਖਤਮ ਹੋ ਗਿਆ ਤਾਂ ਫਿਰ ਇਸ ਦੁਨੀਆ ਦੇ ਵਿੱਚ ਕੀ ਹੋਰ ਖਰਾਬੀ ਨਹੀਂ ਹੋਏਗੀ? ਆਓ ਇਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਨਾਲ। ਜੀ ਆਨੰਦ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਾਂ ਜੀ ਕਿ ਗੁਰੂ ਸਾਹਿਬ ਨੇ ਜਿਹੜੀ ਤੁਸੀਂ ਸਟੱਡੀ ਕੀਤੀ ਫਿਲਾਸਫੀ, ਜੋ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਲਿਖਿਆ ਗਿਆ ਹੈ, ਕਿਉਂਕਿ ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ ਕਿ ਹਰ ਇੱਕ ਪ੍ਰਸੰਗ ਦੇ ਵਿੱਚ ਇਸ ਨੂੰ ਅਸੀਂ ਜੇਕਰ ਦੇਖਾਂਗੇ ਤਾਂ ਤਦ ਸਾਨੂੰ ਸਮਝ ਆਏਗੀ ਗੁਰੂ ਸਾਹਿਬ ਕੀ ਕਹਿ ਰਹੇ ਨੇ। ਪਰ ਜਦੋਂ ਅਸੀਂ ਯੂਨੀਵਰਸਲਿਟੀ ਦੀ ਗੱਲ ਕਰਦੇ ਹਾਂ ਤਾਂ ਇਹ ਤਾਂ ਇੱਕ ਸਭ ਨੂੰ ਪਤਾ ਹੈ ਯੂਨੀਵਰਸਲ ਵਰਚੂਜ਼ ਨੇ ਕਿ ਬਈ ਕਿਸੇ ਦੇ ਨਾਲ ਠੱਗੀ ਨਾ ਕਰੋ, ਕਿਸੇ ਦਾ ਹੱਕ ਨਾ ਮਾਰੋ, ਝੂਠ ਨਾ ਬੋਲੋ, ਗਲਤ ਕੰਮ ਨਾ ਕਰੋ। ਪਰ ਜਦੋਂ ਕੋਈ ਹੈ ਹੀ ਨਹੀਂ, ਕਿਸੇ ਚੀਜ਼ ਦਾ ਰਿਵਾਰਡ ਹੀ ਨਹੀਂ ਮਿਲਣਾ, ਕਿਉਂਕਿ ਅੱਜ ਤਾਂ ਇਨਸਾਨ ਜਿਹੜਾ ਹੈਗਾ ਕੋਈ ਵੀ ਹੋਵੇ ਉਹ ਰਿਵਾਰਡ ਚਾਹੁੰਦਾ ਹੈ, ਕਿਸੇ ਵੀ ਚੀਜ਼ 'ਚ ਹੋਵੇ, ਕਿਸੇ ਵੀ ਫੀਲਡ ਵਿੱਚ ਹੋਵੇ। ਤਾਂ ਜੇਕਰ ਇੱਕ ਭੈ ਵੀ ਖਤਮ ਕਰ ਦਿੱਤਾ ਗਿਆ ਕਿ ਵੀ ਕਰਮ ਫਿਲਾਸਫੀ ਨਹੀਂ ਹੈਗੀ ਤਾਂ ਫਿਰ ਕਿਵੇਂ ਦੁਨੀਆ ਚੱਲੇਗੀ? ਦੇਖੋ ਜੀ, ਜਦੋਂ ਅਸੀਂ ਕਰਮ ਫਿਲਾਸਫੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹਦੀ ਗੱਲ ਸਰ ਇਹ ਪ੍ਰਚਾਰਿਆ ਗਿਆ ਜੀ ਕਿ ਜੋ ਸਾਡਾ ਵਰਤਮਾਨ ਸਾਡਾ ਜਦੋਂ ਵੀ ਪੈਦਾ ਹੋਏ ਆ ਸਾਡਾ ਪਿਛਲਾ ਕਰਮ ਮਾੜਾ, ਠੀਕ, ਉਸ ਕਰਕੇ ਜਦੋਂ ਅਸੀਂ ਉਹਨੂੰ ਟੱਚ ਕਰ ਰਹੇ ਹਾਂ, ਰਾਈਟ, ਕਰਮ ਦੀ ਅਹਿਮੀਅਤ ਨੂੰ ਅਸੀਂ ਗੁਰੂ ਸਾਹਿਬ ਨੇ ਕਿਹਾ ਕਰਮੀ ਆਪੋ ਆਪਣੇ ਕੀ ਨੇੜੇ ਕੇ ਦੂਰ ਜੀ, ਰੱਬ ਦੇ ਨੇੜੇ ਦੂਰੇ ਬੰਦਾ ਆਪਣੇ ਕਰਮ ਕਰਕੇ ਹੀ ਹੋ ਰਿਹਾ। ਰਾਈਟ, ਉਹ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਵਾਹਿਗੁਰੂ ਅਸੀਂ ਆਪਣੇ ਕਰਮ ਕਰਕੇ ਤੇ ਇੱਥੋਂ ਵਿਛੜੇ ਆ। ਪਰ ਜਿਹੜੀ ਅਸੀਂ ਗੱਲ ਕਰ ਰਹੇ ਆ ਉਹ ਉਸ ਕਰਮ ਸਿਧਾਂਤ ਦੀ ਗੱਲ ਕਰ ਰਹੇ, ਜਿਹਨੂੰ ਸਿਧਾਂਤ ਆਖਿਆ ਗਿਆ ਕਿ ਜਿਹਦਾ ਸੰਬੰਧ ਸਾਡੇ ਪਿਛਲੇ ਜਨਮ ਨਾਲ ਜੁੜਿਆ ਗਿਆ, ਨਾ ਕਿ ਅਸੀਂ ਵਰਤਮਾਨ ਦੀ ਗੱਲ ਕਰ ਰਹੇ ਆ ਤੇ ਨਾ ਹੀ ਫਿਊਚਰ ਵਾਲੇ। ਜਾਂ ਬਿਲਕੁਲ ਜਿਹੜਾ ਮਤਲਬ ਦੂਜਿਆਂ ਨੂੰ ਤਾਂ ਪ੍ਰਭਾਵਿਤ ਕਰਨਾ ਹੀ ਆ, ਰਾਈਟ, ਸਾਨੂੰ ਜੋ ਪ੍ਰਭਾਵਿਤ ਕਰ ਰਹੇ ਆ ਸਾਡੇ ਵਡੇਰਿਆਂ ਦੇ ਜਿਹੜੇ ਆ ਕਰਮ ਆ ਉਹ ਪ੍ਰਭਾਵਿਤ ਕਰ ਰਹੇ ਆ। ਜਿਹੜੇ ਆ ਉਹ ਸਾਡੇ ਵਿੱਚ ਜਿਹੜੇ ਆ ਉਹ ਆਉਂਦੇ ਆ, ਇਹਦੇ ਕੋਈ ਇਨਕਾਰ ਨਹੀਂ ਕਰ ਸਕਦੇ। ਤੇ ਮਨੋਵਿਗਿਆਨਕ ਤੱਥ ਆ ਜੀ, ਇਹ ਤੇ ਬਿਲਕੁਲ ਸਾਇੰਟੀਫਿਕ ਜਿਹੜਾ ਪ੍ਰੂਵ ਹੋ ਚੁੱਕਾ ਆ, ਰਾਈਟ, ਕਿ ਜਿਹੜੇ ਸਾਡੇ ਮਾਪਿਆਂ ਦੇ ਆ ਇਹ 3 ਪੀੜ੍ਹੀਆਂ ਤੱਕ ਮੰਨਦੇ ਆ। ਜੇ ਪੁਰਾਣੇ ਸੀ ਉਹ ਜ਼ਿਆਦਾ ਮੰਨਦੇ ਸੀਗੇ, ਪਰ ਇਹਦੇ ਐਵੇਂ ਸਾਡੇ ਜਿਹੜੀ ਆ 3 ਪੀੜ੍ਹੀਆਂ ਤੱਕ ਜਿਹੜਾ ਜੇ ਅਸੀਂ ਇਹਨਾਂ ਹੀ ਮੰਨ ਲਈਏ ਕਿ ਉਹਨਾਂ ਦਾ ਜਿਹੜਾ ਉਹ ਸਾਡੇ ਵਿੱਚ ਅੰਸ਼ ਰਹਿੰਦਾ ਸਬਾਦ ਆ, ਰਾਈਟ, ਉਹਨਾਂ ਦੇ ਗੁਣ ਔਗਣ ਜੇ ਬਿਮਾਰੀਆਂ ਤੇ ਉਹ ਮੰਨਦੇ ਸਾਰੇ ਜੀ ਜੀ, ਜਿਹੜੇ ਬਿਮਾਰੀਆਂ ਸਾਡੇ ਵਿੱਚ ਜਿਹੜੀਆਂ ਉਹ ਸਾਡੀਆਂ ਬਜ਼ੁਰਗਾਂ ਦੀਆਂ ਮਾਪਿਆਂ ਦੀਆਂ ਜਿਹੜੀਆਂ ਸਾਡੇ ਵਿੱਚ ਵੀ ਪ੍ਰਵੇਸ਼ ਕਰ ਜਾਂਦੀਆਂ ਜੀ, ਜੈਨੇਟਿਕਲੀ ਚੀਜ਼ ਜਿਹੜੀਆਂ ਉਹ ਆਉਂਦੀਆਂ। ਠੀਕ, ਪਰ ਬਿਮਾਰੀਆਂ ਦੇ ਨਾਲ ਫਿਜ਼ੀਕਲ ਦੇ ਨਾਲ ਸਰੀਰ ਦੇ ਨਾਲ ਨਾਲ ਸਾਡਾ ਜਿਹੜਾ ਸੁਭਾਅ ਜਿਹੜਾ ਸਾਡੇ ਗੁਣ ਔਗਣ ਜਿਹੜੇ ਆ ਉਹ ਵੀ ਬਹੁਤ ਸਾਰੇ ਸਾਡੇ ਅੰਸ਼ ਉਹਨਾਂ ਦੇ ਹੁੰਦੇ ਆ, ਰਾਈਟ, ਜਿਹੜੇ ਸਾਡੇ 3 ਪੀੜ੍ਹੀਆਂ ਤੋਂ ਪਹਿਲਾਂ ਸੀ ਉਹਨਾਂ ਦੇ ਵਿੱਚ ਉਹਨਾਂ ਦੀ 3 ਪੀੜ੍ਹੀਆਂ ਦੇ ਸੀਗੇ। ਇਹ ਸਿਲਸਿਲੇ ਦੇ ਜਰਦੇ ਇਹਨੂੰ ਕੋਈ ਇਨਕਾਰ ਨਹੀਂ ਕਰ ਸਕਦਾ। ਠੀਕ ਹੈ, ਪਰ ਜਿਹੜਾ ਮੇਰਾ ਵਿਅਕਤੀਗਤ ਗੱਲ ਕਰਦੇ ਆ ਅਸੀਂ ਉਸ ਚੀਜ਼ ਨੂੰ ਟੱਚ ਕਰ ਰਹੇ ਆ ਕਿ ਵਿਅਕਤੀਗਤ ਦੀ ਗੱਲ ਨਹੀਂ ਗੀ ਜੀ, ਕਰਮ ਦੀ ਬੜੀ ਆ ਉਹ ਮਹੱਤਤਾ ਜੋ ਅਸੀਂ ਇਹ ਅਸੀਂ ਇਕੱਲੇ ਅਸੀਂ ਨਹੀਂ ਆ ਬਲਕਿ ਸਾਡੇ ਬਜ਼ੁਰਗਾਂ ਦੀਆਂ ਘਾਲਣਾ। ਮੰਨ ਲਓ ਕੈਨੇਡਾ ਦੀ ਗੱਲ ਕਰ ਲਈਏ ਜੀ, ਜਿਹੜੇ ਸਾਡੇ ਬਜ਼ੁਰਗ ਇੱਥੇ ਆਏ ਪਹਿਲਾਂ, ਰਾਈਟ, ਉਹਨਾਂ ਲੋਕਾਂ ਨੇ ਬੜੀਆਂ ਘਾਲਣਾ ਘਾਲੀਆਂ, ਉਹਨਾਂ ਨਾਲ ਵਿਤਕਰਾ ਵੀ ਹੋਇਆ ਜੀ, ਬਹੁਤ ਕੁਝ ਹੋਇਆ, ਰਾਈਟ, ਹੋਰ ਸਾਨੂੰ ਵੋਟ ਦਾ ਹੱਕ ਵੀ ਨਹੀਂ ਸੀਗਾ। ਉਹਨਾਂ ਲੋਕਾਂ ਦੇ ਘਾਲਣ ਨਾਲ ਅਸੀਂ ਬੜੀ ਆਜ਼ਾਦੀ ਮਾਰ ਰਹੇ ਹਾਂ, ਅੱਜ ਕੋਈ ਵਿਤਕਰਾ ਨਹੀਂ ਹੋ ਰਿਹਾ। ਹਰ ਪਾਸੇ ਜਿਹੜਾ ਸਾਡੀ ਕਮਿਊਨਿਟੀ ਜਿਹੜੀ ਉਹ ਬੈਠੀ ਵਿਚਰ ਰਹੀ ਆ। ਪਰ ਜਿਹੜੀ ਘਾਲਣਾ ਉਹ ਸਾਡੇ ਬਜ਼ੁਰਗਾਂ ਦੀਆਂ, ਉਹਨਾਂ ਦੀ ਘਾਲਣਾ ਉਹ ਸਾਡੇ ਪੂਰਵਜਾਂ ਦੀਆਂ ਘਾਲਣਾ ਘਾਲੀਆਂ ਹੋਈਆਂ, ਉਹਦਾ ਫਲ ਅਸੀਂ ਮੰਨ ਰਹੇ ਹਾਂ, ਰਾਈਟ। ਜੋ ਅਸੀਂ ਚੰਗਾ ਕਰਕੇ ਜਾਵਾਂਗੇ, ਚੰਗਾ ਜਾਂ ਮਾੜਾ, ਤਾਂ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਪ੍ਰਭਾਵਿਤ ਕਰੂਗਾ। ਇਹਦੇ ਤੋਂ ਕੋਈ ਇਨਕਾਰ ਨਹੀਂ ਕਰ ਰਿਹਾ, ਨਾ ਕੀਤਾ ਜਾ ਸਕਦਾ, ਰਾਈਟ। ਅਸੀਂ ਸਿਰਫ ਉਸ ਗੱਲ ਨੂੰ ਜਿਹੜਾ ਉਹ ਉਸ ਤੋਂ ਇਨਕਾਰ ਕਰ ਰਹੇ ਹਾਂ ਜਿਹਦੇ ਅਨੁਸਾਰ ਇਹ ਆਖਿਆ ਗਿਆ ਕਿ ਜਿਹੜਾ ਚੰਗਾ ਮੰਦਾ ਜਿਹੜਾ ਜੋ ਅਸੀਂ ਇਹ ਸਾਡਾ ਜਿਹੜਾ ਆਪਣਾ ਹੀ ਕਮਾਇਆ ਹੋਇਆ, ਅਸੀਂ ਉਸ ਗੱਲ ਨੂੰ ਛੋ ਰਹੇ ਹਾਂ ਕਿ ਐਸਾ ਨਹੀਂ ਕਿ ਜਿਹੜਾ ਸਾਡਾ ਕੀਤਾ ਹੋਇਆ ਉਹੀ ਸਾਡੇ ਅੱਗੇ ਆ ਰਿਹਾ। ਸਾਡਾ ਅੱਗੇ ਆ ਰਿਹਾ ਜੋ ਅਸੀਂ ਇਸ ਜਨਮ ਵਿੱਚ ਕਰ ਰਹੇ ਹਾਂ, ਰਾਈਟ।
ਉਹ ਸਾਨੂੰ ਪ੍ਰਭਾਵਿਤ ਕਰ ਰਹੇ ਆ ਜੀ। ਅਸੀਂ ਕਿੰਨਾ ਸਟਰਗਲ ਕਰਦੇ ਆ, ਕਿੰਨੀ ਮਿਹਨਤ ਕਰਦੇ ਆ। ਤੁਸੀਂ ਜੇ ਇਹ ਪੜਾਅ ਤੇ ਪਹੁੰਚੇ ਜੇ, ਤੁਸੀਂ ਕਿੰਨੀ ਮਿਹਨਤ ਕੀਤੀ ਆ, ਜਾਂ ਹੋਰ ਕੋਈ ਵੀ ਸੱਜਣ ਜਿਹੜਾ ਕਿਤੇ ਪਦਵੀ ਤੇ ਬੈਠਾ ਹੋਇਆ ਜੀ, ਤਾਂ ਉਹਨਾਂ ਲੋਕਾਂ ਨੇ ਬੜੀ ਮਿਹਨਤ ਕੀਤੀ ਆ, ਉਹਨਾਂ ਦੀ ਕਰਮ ਦਾ ਹੀ ਫਲ ਆ। ਠੀਕ। ਐਸਾ ਨਹੀਂ ਕਿ ਉਹਨਾਂ ਕੋਈ ਕਰਮ ਨਹੀਂ ਕੀਤਾ, ਉਹਨਾਂ ਦੇ ਕਰਮ ਦਾ ਫਲ ਆ। ਬਹੁਤ ਘੱਟ ਬੰਦੇ ਆ ਜਿਨ੍ਹਾਂ ਦੇ ਪਰਿਵਾਰ ਜਿਹੜਾ ਸਹੂਲਤਾਂ ਬਹੁਤ ਆ ਉਹਨਾਂ ਨੂੰ ਬਚਪਨ ਚ ਮਿਲ ਗਈਆਂ, ਉਹ ਗੱਲ ਵੱਖਰੀ ਆ, ਪਰ ਸਾਰਿਆਂ ਨੂੰ ਨਹੀਂ ਜੀ। ਉਹ ਦੇਖੋ ਕੁੱਲ ਕਾਇਨਾਤ ਵਿੱਚ ਇੱਕ ਮਨੁੱਖ ਹੀ ਆ, ਮਨੁੱਖ ਦਾ ਬੱਚਾ ਹੀ ਆ, ਸੰਤਾਨ ਹੀ ਆ ਕਿ ਜਿਹਨੂੰ ਜਨਮ ਤੋਂ ਬਾਅਦ ਖੁਦ ਸਿੱਖਣਾ ਪੈਂਦਾ। ਪਸ਼ੂ ਪੰਛੀਆਂ ਨੂੰ ਨਹੀਂ ਸਿੱਖਣਾ ਪੈਂਦਾ। ਠੀਕ। ਉਹਨਾਂ ਨੂੰ ਵਾਹਿਗੁਰੂ ਨੇ ਪਹਿਲਾਂ ਹੀ ਆਪਣੇ ਨੂੰ ਸੋਝੀ ਦੇ ਕੇ ਭੇਜਦਾ। ਔਰ ਜਿਹੜਾ ਆਦਮੀ ਦਾ ਬੱਚਾ, ਕੁੜੀ ਜਾਂ ਮੁੰਡਾ, ਉਹਨੂੰ ਸਿਖਾਉਣਾ ਪੈਂਦਾ ਜੀ। ਉਹ ਸਿੱਖਦਾ, ਆਲੇ ਦੁਆਲੇ ਤੋਂ ਪ੍ਰਭਾਵ ਗ੍ਰਹਿਣ ਕਰਦਾ, ਸਿੱਖਦਾ, ਫਿਰ ਖੁਦ ਮਿਹਨਤ ਕਰਦਾ। ਇਹ ਵਾਹਿਗੁਰੂ ਨੇ ਬਹੁਪਾਂਤੀ ਰਚਨਾ ਵਿੱਚ ਜਿਹੜਾ ਇੱਕ ਇਹ ਜਿੱਥੇ ਬਹੁਤ ਕੁਝ ਉਹਨੂੰ ਬਖਸ਼ਿਆ। ਔਰ ਸ਼ਾਇਦ ਇਹੀ ਗੱਲ ਆ, ਵਾਹਿਗੁਰੂ ਦੀ ਇਹ ਬਖਸ਼ਿਸ਼ ਹੀ ਆ ਕਿ ਬਾਕੀ ਦੁਨੀਆ ਵਿੱਚੋਂ ਮਨੁੱਖ ਨੇ ਬਹੁਤ ਤਰੱਕੀ ਕੀਤੀ ਆ ਜੀ। ਇਸ ਦੀ ਤਰੱਕੀ ਦਾ ਰਾਜ਼ ਵੀ ਇਹੀ ਆ। ਪਸ਼ੂ ਪੰਛੀ ਜਿਹੜੀ ਆ ਉਹ ਜਿੱਥੇ ਸਦੀਆਂ ਪਹਿਲਾਂ ਖੜੇ ਸੀ, ਅੱਜ ਵੀ ਉੱਥੇ ਖੜੇ ਆ ਜੀ। ਪਰ ਮਨੁੱਖ ਜਿਹੜਾ ਅੱਜ ਕਿੱਥੋਂ ਦਾ ਕਿੱਥੇ ਅਪੜ ਗਿਆ ਆ, ਕਿ ਜਿਹੜਾ ਪਹਿਲਾਂ ਖੁਦ ਜਾਨਵਰਾਂ ਤੋਂ ਡਰਦਾ ਸੀਗਾ, ਉਹਨਾਂ ਨੂੰ ਲੁਕਦਾ ਫਿਰਦਾ ਸੀਗਾ, ਅੱਜ ਖੂੰਖਾਰ ਤੋਂ ਖੰਕਾਰ ਜਾਨਵਰ, ਤਾਕਤਵਰ ਤੋਂ ਤਾਕਤ ਜਾਨਵਰ ਵੀ ਇਹਨੇ ਆਪਣੀ ਮੁੱਠੀ ਵਿੱਚ ਕੀਤੇ ਹੋਏ ਆ, ਕੰਟਰੋਲ ਵਿੱਚ ਕੀਤੇ ਹੋਏ ਆ, ਆਪਣੇ ਇਸ਼ਾਰਿਆਂ ਤੇ ਨਚਾਰੇ ਆ। ਅੱਜ ਕੁਦਰਤ ਦੇ ਬਹੁਤ ਸਾਰੇ ਜਿਹੜੇ ਆ ਭੇਦ ਲੱਭ ਕੇ, ਹੁਕਮ ਨੂੰ ਸਮਝ ਕੇ ਇਸ ਨੇ ਬਹੁਤ ਲਾਭ ਉਠਾ ਰਿਹਾ ਉਹਦਾ। ਤੋਂ ਸ਼ਾਇਦ ਵਾਹਿਗੁਰੂ ਦੀ ਉਹ ਜਿਹੜੀ ਦਾਤ ਆ ਬੰਦੇ ਨੂੰ ਦਿੱਤੀ ਹੋਈ ਕਿ ਇਹ ਖੁਦ ਲਰਨ ਕਰਦਾ ਜੀ, ਖੁਦ ਸਿੱਖਦਾ ਜਨਮ ਮਗਰੋਂ। ਉਹ ਜਿੰਨਾ ਇਹਨੂੰ ਵੱਧ ਮੌਕਾ ਮਿਲਦਾ ਉਹਨਾਂ ਵਧੇਰੇ ਪ੍ਰਫੁੱਲਤ ਹੁੰਦਾ ਜੀ। ਇਸ ਲਈ ਪਹਿਲੇ ਸਮੇਂ ਨਾਲੋਂ ਅੱਜ ਜਿਹੜਾ ਬੱਚਾ ਜਨਮਦਾ, ਅੱਜ ਦੇ 5 ਸਾਲ ਨੂੰ ਬੱਚੇ ਨੂੰ ਜਿੰਨਾ ਨੌਲੇਜ ਹੁੰਦਾ, ਉਹਦੇ ਪਹਿਲਾਂ 50 ਸਾਲ ਦੇ ਬੱਚੇ ਨਹੀਂ ਸੀ ਹੁੰਦਾ। ਰਾਈਟ। ਕਿਉਂਕਿ ਆ ਜਿਹੜਾ ਇੰਟਰਨੈਟ ਆ, ਟੀਵੀ ਆ, ਮੀਡੀਆ, ਕਿਤਾਬਾਂ, ਅੱਜ ਇੰਨਾ ਕੋਈ ਵਿਸ਼ਾਲ ਗਿਆਨ ਦਾ ਭੰਡਾਰ ਆ ਜੀ ਕਿ ਜਿਹੜਾ ਛੋਟੇ ਬੱਚੇ ਨੂੰ ਵੀ ਘਰ ਵਿੱਚੋਂ ਮਿਲਦਾ। ਪਹਿਲਾਂ ਹੁੰਦਾ ਸਾਰੀ ਉਮਰ ਬੱਚੇ ਘਰ ਵਿੱਚ ਜੋ ਮਿਲਦਾ ਉਹੀ ਮਿਲਦਾ ਸੀਗਾ। ਰਾਈਟ। ਤੇ ਇਸ ਲਈ ਨਹੀਂ ਕਿ ਰੱਬ ਦਾ ਵਿਧਾਨ ਬਦਲ ਗਿਆ। ਵਾਹਿਗੁਰੂ ਦੀ ਉਹ ਬਖਸ਼ਿਸ਼ ਸਦਕਾ ਹੀ ਮਨੁੱਖ ਨੇ ਇੰਨੀਆਂ ਉਲਾਂਘਾਂ ਪੁੱਟੀਆਂ ਔਰ ਉਨਤੀ ਦੀਆਂ ਟੀਸੀਆਂ ਨੂੰ ਛੋਇਆ। ਇਸ ਲਈ ਅਸੀਂ ਇਸ ਤੋਂ ਉਸ ਚੀਜ਼ ਤੋਂ ਇਨਕਾਰ ਨਹੀਂ ਕਰ ਰਹੇ। ਅਸੀਂ ਜੋ ਮਿਹਨਤ ਜਿੰਨਾ ਅਸੀਂ ਵੱਧ ਤੋਂ ਵੱਧ ਲਰਨ ਕਰਾਂਗੇ, ਮਿਹਨਤ ਕਰਾਂਗੇ, ਸਾਨੂੰ ਉਹਦਾ ਫਲ ਮਿਲੇਗਾ ਜੀ। ਸਾਡੇ ਜਾਨ ਮਗਰੋਂ ਉਹਦਾ ਲਾਭ ਜਿਹੜਾ ਦੂਜੇ ਉਠਾਉਣਗੇ ਜੀ। ਐਸਾ ਨਹੀਂ ਕਿ ਉਹਨਾਂ ਨੂੰ ਕੋਈ ਮੇਰੇ ਨਾਲ ਖਤਮ ਨਹੀਂ ਹੋਣ ਲੱਗਾ, ਬਲਕਿ ਮੇਰੇ ਜਾਨ ਮਗਰੋਂ ਬਹੁਤ ਕੁਝ ਜਿਹੜਾ ਉਹ ਮੇਰੇ ਜਿਹੜੇ ਨਾਲ ਦੇ ਆ, ਦੂਜੇ ਆ, ਇਹ ਨਿਰਭਰ ਕਰਦਾ ਕਿ ਮੈਂ ਕਿਹੋ ਜਿਹੀ ਹਸਤੀ ਆ, ਠੀਕ, ਕਿਹੋ ਜਿਹੀ ਮੇਰੇ 'ਚ ਗੁਣ ਆ ਜੀ। ਉਹ ਜਿਹੜੇ ਆ ਮੇਰੇ ਜਾਨ ਮਗਰੋਂ ਵੀ ਦੂਜਿਆਂ ਨੂੰ ਪ੍ਰਭਾਵਿਤ ਕਰਨਗੇ, ਦੂਜੇ ਉਹ ਤੋਂ ਅਸਰ ਕਬੂਲਣਗੇ, ਉਹਨਾਂ ਦੇ ਦੁੱਖ ਸੁੱਖ ਵਿੱਚ ਉਹ ਜਿਹੜੇ ਆ ਉਹ ਅਵਸ਼ ਜਿਹੜਾ ਆਪਣਾ ਪਾਰਟ ਅਦਾ ਕਰਨਗੇ। ਇਸ ਲਈ ਸਵਾਲ ਇਹ, ਅਸੀਂ ਗੱਲ ਨਹੀਂ ਕਰ ਰਹੇ ਕਿ ਕਰਮ ਦੀ ਕੋਈ ਅਹਿਮੀਅਤ ਨਹੀਂ। ਕਰਮ ਦੀ ਆਪਣੇ ਆਪ ਵਿੱਚ ਬੜੀ ਅਹਿਮੀਅਤ ਆ, ਉਹਨਾਂ ਦਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਯੋਗਦਾਨ ਆ ਜੀ। ਇਸ ਲਈ ਮੇਰੇ ਵੀਰ ਭੈਣ ਇਸ ਨੂੰ ਰਲ ਗੱਡ ਨਾ ਕਰ ਲੈਣ ਕਿ ਅਸੀਂ ਉਸ ਦੀ ਗੱਲ ਨਹੀਂ ਕਰ ਰਹੇ। ਠੀਕ ਹੈ। ਜਿੱਥੋਂ ਗੱਲ ਸਵਾਲ ਜਿਹੜਾ ਰਿਹਾ ਕਿ ਡਰ ਬੈਠਾ ਹੋਇਆ, ਅਸੀਂ ਜੇਕਰ ਇਮਾਨਦਾਰੀ ਨਾਲ ਨਜ਼ਰ ਮਾਰੀਏ, ਜਿਹੜੇ ਲੋਕ ਚੰਗੇ ਕਰਮ ਕਰ ਰਹੇ ਆ, ਇਸ ਡਰ ਕਾਰਨ ਉਹ ਚੰਗਾ ਕਰ ਕੀ ਰਹੇ ਆ। ਤੁਸੀਂ ਦੇਖੋ ਕਿ ਧਰਮ ਮੰਦਰਾਂ ਵਿੱਚ ਜ਼ਿਆਦਾਤਰ ਅੱਜ ਵੀ ਅਨਰਥ ਹੋ ਰਿਹਾ ਜੀ। ਸਦੀਆਂ ਪਹਿਲਾਂ ਵੀ ਐਸਾ ਸੀ ਔਰ ਅੱਜ ਵੀ ਆ। ਜਿਹੜੇ ਬਹੁਤ ਸਾਰੇ ਧਾਰਮਿਕ ਆਗੂ ਜਿਹੜੇ ਆ ਉਹ ਜੇਲ੍ਹਾਂ ਵਿੱਚ ਬੈਠੇ ਹੋਏ ਆ, ਔਰ ਕੋਈ ਜੰਗੇ ਆਜ਼ਾਦੀ ਦੀ ਲੜਾਈ ਵਿੱਚ ਨਹੀਂ ਸਪਿਆ ਪਾਇਆ ਉਹਨਾਂ ਨੇ। ਕੋਈ ਬਲਾਤਕਾਰ ਦੇ ਕੇਸ ਵੀ ਫਸਿਆ ਆ, ਕੋਈ ਹੈਰਾਫੇਰੀ ਦੇ, ਕੋਈ ਕਤਲ ਦੇ ਕੇਸ ਵੀ ਅੰਦਰ ਬੈਠਾ ਹੋਇਆ, ਕੋਈ ਨਹੀਂ ਗਿਆ ਜੇ, ਪਰ ਉਹਨਾਂ ਦੇ ਕੇਸ ਚੱਲ ਰਹੇ ਆ। ਜੇ ਇਹਨਾਂ ਲੋਕਾਂ ਨੂੰ ਸੱਚਮੁੱਚ ਡਰ ਹੋਵੇ ਤਾਂ ਇਹ ਲੋਕ ਇਹੋ ਜਿਹੇ ਜਿਹੜੇ ਜ਼ਿੰਮੇਵਾਰ ਬੰਦੇ ਇਹੋ ਜਿਹੇ ਕਰਮ ਕਰਨ। ਆਮ ਆਦਮੀ ਜਿਹੜਾ ਉਹ ਡਰ ਕੇ ਕਰਦਾ ਕੀ ਆ, ਅਸੀਂ ਕਰਮ ਕਾਂਡ ਕਰ ਰਹੇ ਆ। ਅਸੀਂ ਜੇ ਪੁੰਨ ਵੀ ਕਰਦੇ ਆ, ਮੰਨ ਲਓ ਦਾਨ ਪੁੰਨ ਕਰਦੇ ਆ, ਕਿਹਨਾਂ ਨੂੰ ਕਰਦੇ ਆ ਅਸੀਂ? ਜਿਹੜੇ ਅੱਗੇ ਰੱਜੇ ਹੋਏ ਆ। ਗੁਆਂਢ 'ਚ ਮੇਰਾ ਭੁੱਖਾ ਬੰਦਾ ਬੈਠਾ ਹੋਊਗਾ, ਮੈਂ ਰੋਟੀ ਦੇ ਕੇ ਰਾਜ਼ੀ ਨਹੀਂ, ਠੀਕ, ਪਰ ਮੇਰੇ ਵਰਗਾ ਜੇਕਰ ਉਹ ਰੱਜਿਆ ਪੁਜੇ, ਉਹਨੂੰ ਜ਼ਰੂਰ ਖਾ ਕੇ ਸਮਝ ਕੇ ਬੜਾ ਪੁੰਨ ਕਰਮ ਕਰ ਰਹੇ ਆ। ਤੋ ਦੇਖਣ ਦੀ ਲੋੜ ਆ ਕਿ ਅਸੀਂ ਕੀ ਡਰ ਕਰ ਕੀ ਰਹੇ ਆ। ਜਿੰਨਾ ਵੀ ਧਰਮ ਮੰਦਰਾਂ ਵਿੱਚ ਅਨਰਥ ਹੋਇਆ, ਉਹਦੇ ਪਿੱਛੇ ਦਾਨ ਪ੍ਰਣਾਲੀ ਕੰਮ ਕਰ ਰਹੀ ਆ। ਠੀਕ। ਮੇਰੇ ਵੀਰ ਭੈਣ ਜਾਣਦੇ ਹੋਣਗੇ ਕਿ ਹਿੰਦੁਸਤਾਨ ਵਿੱਚ ਧਰਮ ਮੰਦਰਾਂ ਵਿੱਚ ਜਿਹੜੀਆਂ ਸਦੀਆਂ ਤੀਕ ਬਹੁ ਬੇਟੀਆਂ ਨੂੰ ਚੜਾਇਆ ਜਾਂਦਾ ਰਿਹਾ। ਜਿਹੜੀਆਂ ਦੇਵਦਾਸੀਆਂ ਕੀ ਸੀ, ਦੇਵਦਾਸੀ ਪ੍ਰਥਾ ਕੀ ਸੀਗੀ? ਆਪਣੇ ਵੱਲੋਂ ਪੁੰਨ ਕਰਮ ਕਰਨ ਲਈ, ਅੱਗਾ ਸਵਾਰਨ ਲਈ, ਚੰਗਾ ਕਰਮ ਕਰਨ ਲਈ। ਰਾਈਟ।
ਅੱਜ ਵੀ ਜੇਕਰ ਦੂਸਰਿਆਂ ਨੂੰ ਮਾਰਿਆ ਜਾ ਰਿਹਾ ਤਾਂ ਉਹ ਚੰਗੇ ਕਰਮ ਦੀ ਭਾਵਨਾ ਨਾਲ ਕਿ ਅਸੀਂ ਅੱਗਾ ਸਵਾਰਨਾ। ਠੀਕ। ਸਵਾਲ ਇਹ ਕਿ ਸਵਾਰ ਕਿਸ ਤਰ੍ਹਾਂ ਦਾ ਰਹੇ ਆ। ਬਿਲਕੁਲ, ਤੇ ਕਿਵੇਂ ਸਵਾਰਨਾ ਹੈ, ਇਹ ਮਕਸਦ ਹੈ ਕਿ ਇਹ ਸੋਚ ਜਿਹੜੀ ਹੈ ਇਹ ਕਿਵੇਂ ਭਾਰੂ ਆਪਣੇ ਵਿੱਚ ਕਰਨੀ ਹੈਗੀ ਕਿ ਸਾਨੂੰ ਪਤਾ ਚੱਲ ਸਕੇ ਕਿ ਜਿਹੜਾ ਅਸੀਂ ਕਰਮ ਕਰ ਰਹੇ ਹਾਂ ਉਹਦਾ ਕੀ ਰਿਜ਼ਲਟ ਹੈ, ਉਹ ਕਿਸ ਪਾਸੇ ਨੂੰ ਸਾਨੂੰ ਲੈ ਕੇ ਜਾ ਰਿਹਾ। ਇਹਦੇ ਬਾਰੇ ਹੋਰ ਚਰਚਾ ਕਰਨੀ ਜੀ ਇਸ ਬ੍ਰੇਕ ਤੋਂ ਬਾਅਦ। ਜੀ। ਸੋ ਕਰਮਾਂ ਦੇ ਸੰਬੰਧ ਵਿੱਚ ਗੱਲਬਾਤ ਚੱਲ ਰਹੀ ਸੀ ਜੀ। ਕਰਮ ਤਾਂ ਕਰਨੇ ਨੇ, ਪਰ ਕਿਸ ਤਰੀਕੇ ਦੇ ਕਰਮ ਕਰਨੇ ਨੇ ਤੇ ਕਿਸ ਮਨਸ਼ੇ ਨਾਲ ਕਰਨੇ ਨੇ, ਕਿਉਂਕਿ ਅੱਜ ਜੋ ਕੁਝ ਹੋ ਰਿਹਾ ਹੈ ਅਸੀਂ ਦੇਖ ਰਹੇ ਹਾਂ ਕਿ ਇੱਕ ਵੱਖਰੇ ਹੀ ਅੰਦਾਜ਼ ਵਿੱਚ ਅਸੀਂ ਚਲੇ ਗਏ, ਜਿਹੜਾ ਕਿ ਇੱਕ ਵੱਖਰੀ ਹੀ ਸੋਚ ਆ ਗਈ। ਗੁਰੂ ਸਾਹਿਬ ਨੇ ਸਾਨੂੰ ਇਹ ਚੀਜ਼ਾਂ ਤੋਂ ਵਰਜਿਤ ਕੀਤਾ ਸੀ ਤੇ ਆਪ ਐਗਜ਼ੈਂਪਲੀਫਾਈ ਕੀਤਾ ਸੀ ਇਹ ਸਾਰਾ ਕੁਝ। ਇਸੇ ਸੰਬੰਧ ਵਿੱਚ ਗੱਲਬਾਤ ਚੱਲ ਰਹੀ ਹੈ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਨਾਲ। ਮੁੜ ਤੋਂ ਤੁਹਾਨੂੰ ਜੋੜਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਭਾਈ ਸਾਹਿਬ, ਸੋ ਹੁਣ ਤੁਸੀਂ ਜਿਸ ਤਰ੍ਹਾਂ ਕਿਹਾ ਕਰਨਾ ਹੈ, ਲੇਕਿਨ ਕਿਸ ਮਨਸ਼ੇ ਨਾਲ ਤੇ ਕਿਸ ਡਾਇਰੈਕਸ਼ਨ ਵਿੱਚ ਜਾ ਰਹੇ ਹਾਂ ਇਹ ਸੋਚ ਕੇ ਕਰਨਾ ਹੈਗਾ। ਅਸੀਂ ਇਨਸਾਨ ਆ, ਵਾਹਿਗੁਰੂ ਨੇ ਸਾਨੂੰ ਮਨੁੱਖਾ ਜਨਮ ਬਖਸ਼ਿਆ। ਠੀਕ। ਅਸੀਂ ਮੇਈ ਦੇ ਦੁਆਲੇ ਪ੍ਰਕਰਮਾ ਕਰਦਿਆਂ ਹੀ ਚੰਗਾ ਪਹਿਨਦਿਆਂ ਹੋਏ ਜੀਵਨ ਨਹੀਂ ਗੁਜ਼ਾਰਨਾ ਜੀ, ਬਲਕਿ ਅਸੀਂ ਸਾਰੀਆਂ ਦੁਨੀਆਂ ਨਾਲੋਂ ਵਾਹਿਗੁਰੂ ਉਤਮ ਦੇਹੀ ਬਖਸ਼ੀ ਆ। ਅਸੀਂ ਦੂਜਿਆਂ ਦਾ ਵੀ ਖਿਆਲ ਰੱਖਣਾ। ਰਾਈਟ। ਔਰ ਅਸੀਂ ਐਸਾ ਕੰਮ ਕਰਨਾ, ਗੁਰੂ ਸਾਹਿਬ ਨੇ ਜਿੰਨੇ ਵੀ ਮਹਾਂਪੁਰਸ਼ ਆਏ ਆ ਉਹਨਾਂ ਲੋਕਾਂ ਨੂੰ ਦੱਸਿਆ ਕਿ ਤੁਸੀਂ ਚੰਗੇ ਇਨਸਾਨ ਬਣੋ ਜੀ। ਔਰ ਅਸੀਂ ਸ਼ਾਇਦ ਪਹਿਲਾਂ ਇੱਕ ਐਪੀਸੋਡ ਦੀ ਗੱਲ ਕੀਤੀ ਸੀ ਕਿ ਸਾਰਿਆਂ ਨੂੰ ਸਮੇਂ-ਸਮੇਂ ਨਾਲ ਆਦਮੀ ਨੂੰ ਹੀ ਚੇਤਾ ਕਰਾਉਣਾ ਪੈ ਗਿਆ ਕਿ ਤੂੰ ਇਨਸਾਨ ਆ, ਇਨਸਾਨਾਂ ਵਾਲੇ ਕੰਮ ਕਰ। ਠੀਕ, ਇਨਸਾਨ ਬਣ। ਕਿਉਂਕਿ ਇਨਸਾਨ ਹੀ ਇਸ ਕਾਇਨਾਤ ਵਿੱਚ ਇੱਕ ਇਹੋ ਜਿਹਾ ਜੀਵ ਆ ਕਿ ਜਿਹੜਾ ਆਪਣੇ ਅਸਲ ਨਿਸ਼ਾਨੇ ਤੋਂ ਭਟਕ ਜਾਂਦਾ। ਰਾਈਟ। ਔਰ ਇਹਨੂੰ ਸਮਝਾਉਣ ਲਈ ਸਮੇਂ-ਸਮੇਂ ਸਤਿਪੁਰਸ਼ਾਂ ਨੇ, ਜਾਗੇ ਹੋਏ ਮਨੁੱਖਾਂ ਨੇ ਆ ਕੇ ਇਹਨੂੰ ਝੰਜੋੜਿਆ। ਠੀਕ। ਕਿ ਭਾਈ ਤੂੰ ਮਨੁੱਖਾਂ ਵਾਲੇ ਕੰਮ ਕਰ। ਪਸ਼ੂਆਂ ਨੂੰ ਕਦੀ ਕਿਸੇ ਨੇ ਨਹੀਂ ਕਿਹਾ। ਠੀਕ। ਕੁੱਤੇ ਨੂੰ ਕਦੇ ਕਿਸੇ ਨੇ ਨਹੀਂ ਆਖਿਆ ਉਹ ਤੂੰ ਕੁੱਤਿਆਂ ਵਾਲੇ ਕੰਮ ਕਰ, ਕਿਉਂਕਿ ਉਹ ਆਪਣਾ ਕੰਮ ਕਰ ਰਿਹਾ। ਗਾਂ ਆਪਣਾ ਕੰਮ ਕਰ ਰਹੀ ਆ, ਘੋੜਾ ਆਪਣਾ ਕੰਮ ਕਰ ਰਿਹਾ। ਕਦੇ ਕਿਸੇ ਨੇ ਨਹੀਂ ਆਖਿਆ ਉਹਨਾਂ ਨੂੰ। ਠੀਕ। ਪਰ ਆਦਮੀ ਹੀ ਐਸਾ ਕਿ ਜਿਹਨੂੰ ਆਖਣ ਲਈ ਸਮੇਂ-ਸਮੇਂ ਸਤਿਪੁਰਸ਼ਾਂ ਨੇ ਇਹਦੇ ਚੋਟ ਮਾਰੀ, ਇਹਨੂੰ ਝੰਜੋੜਿਆ ਕਿ ਦੇਖ ਤੂੰ ਇਨਸਾਨ ਆ, ਇਨਸਾਨਾਂ ਵਾਲੇ ਕੰਮ ਕਰ। ਰਾਈਟ। ਕਿਉਂਕਿ ਇਹ ਇਨਸਾਨਾਂ ਵਾਲੇ ਕੰਮ ਨਹੀਂ ਕਰ ਰਿਹਾ, ਭੁੱਲ ਚੁੱਕਿਆ ਜੀ। ਮੂਲ ਜਿਹੜਾ ਸੀ ਉਸ ਨੂੰ ਭੁੱਲ ਚੁੱਕਿਆ, ਜਿਹੜਾ ਕਿਉਂਕਿ ਨਿਸ਼ਾਨੇ ਤੋਂ ਖੁੰਝ ਗਿਆ, ਭੱਜ ਗਿਆ। ਇਹਨੂੰ ਚੇਤੇ ਕਰਾਉਣ ਦੀ ਲੋੜ ਪੈ ਰਹੀ ਆ। ਰਾਈਟ। ਔਰ ਧਰਮ ਸਾਨੂੰ ਜਿਹੜੀ ਆ ਸਾਨੂੰ ਜਗਾਉਂਦਾ, ਝੰਜੋੜਦਾ ਕਿ ਅਸੀਂ ਇਨਸਾਨ ਆ, ਇਨਸਾਨੀਅਤ ਨੂੰ ਪਛਾਣੀਏ, ਉਹਦੇ ਫਰਜ਼ ਨੂੰ ਪਛਾਣੀਏ ਜੀ। ਔਰ ਫਿਰ ਦੂਜੀ ਗੱਲ ਹੈ ਕਿ ਕਰਮ ਅਸੀਂ ਕਰੀਏ, ਚੰਗਾ ਕਰਮ ਕਰੀਏ। ਔਰ ਫਿਰ ਜਿਵੇਂ ਇੱਕ ਅਸੀਂ ਕਹਿੰਦੇ ਆ ਕਿ ਨੇਕੀ ਕਰ ਦਰਿਆ ਮੇਂ ਡਾਲ। ਠੀਕ। ਕਿ ਜਦੋਂ ਅਸੀਂ ਆਸ ਰੱਖਦੇ ਆ, ਫਿਰ ਜਦੋਂ ਉਹ ਨਹੀਂ ਪੂਰੀ ਹੁੰਦੀ ਦੁਖੀ ਹੋ ਜਾਂਦੇ ਆ ਜੀ। ਇਹਦੇ ਬਹੁਤ ਸਾਰੇ ਸੱਜਣ ਮਿਲਦੇ ਆ ਜਿਹੜੇ ਅਕਸਰ ਕਹਿੰਦੇ ਆ ਕਿ ਜਿਵੇਂ ਫਲਾਣੇ ਨੂੰ ਬੁਲਾਇਆ ਸੀ, ਉਹ ਆਇਆ ਤੇ ਉਹ ਅੱਖਾਂ ਹੀ ਫਿਰ ਗਿਆ ਹੁਣ। ਰਾਈਟ। ਉਹ ਮੇਰੇ ਨਾਲ ਗੱਲ ਵੀ ਨਹੀਂ ਕਰਦਾ ਹੁਣ। ਕਈ ਉਹ ਸਾਰੀ ਉਮਰ ਝੂਰਦੇ ਰਹਿੰਦੇ ਆ। ਠੀਕ। ਜਦੋਂ ਮੈਨੂੰ ਦੇਖਦੇ ਆ ਤੇ ਉਦੋਂ ਆਉਂਦੇ, ਦੇਖੋ ਜੀ ਇਹਨਾਂ ਬੰਦੇ ਨੂੰ ਅਸੀਂ ਬੁਲਾਇਆ ਸੀਗਾ, ਸਾਡੇ ਨਾਲ ਗੱਲ ਵੀ ਨਹੀਂ ਕਰ ਰਹੀ, ਸਿੱਧੀ ਬੋਲਦੇ ਵੀ ਨਹੀਂ। ਰਾਈਟ। ਕਿਉਂਕਿ ਅਸੀਂ ਆਸ ਰੱਖੀ ਹੋਈ ਆ। ਗੁਰੂ ਸਾਹਿਬ ਕਹਿੰਦੇ ਆ ਵੀ ਤੂੰ ਇਨਸਾਨ ਆ, ਤੇਰਾ ਫਰਜ਼ ਆ ਤੂੰ ਆਪਣਾ ਕੰਮ ਕਰ। ਠੀਕ। ਤੇਰਾ ਜਿਹੜਾ ਸੁਭਾਅ, ਜਿਹੜਾ ਕਰਤੱਵ ਆ, ਜੋ ਧਰਮ ਆ, ਤੂੰ ਆਪਣਾ ਧਰਮ ਨਿਭਾ। ਦੂਜਾ ਨਹੀਂ ਨਿਭਾ ਰਿਹਾ ਤੂੰ ਉਹਦੇ ਛੱਡ, ਤੂੰ ਉਹਦਾ ਫਿਕਰ ਨਾ ਕਰ। ਠੀਕ ਹੈ। ਤੇਰਾ ਜਿਹੜਾ ਫਰਜ਼ ਆ ਤੂੰ ਉਹ ਫਰਜ਼ ਨਿਭਾ। ਉਹ ਠੂਏ ਦੀ ਕਹਾਣੀ ਸੁਣੀ ਹੋਣੀ ਆ ਤੁਸੀਂ। ਉਹ ਕਹਿੰਦੇ ਰੁੜਿਆ ਜਾ ਰਿਹਾ ਤਾਂ ਕੋਈ ਪਰਮਾਤਮਾ ਨੇ ਦੇਖਿਆ ਤੇ ਉਹਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਡੰਗ ਮਾਰ ਦਿੱਤਾ। ਰਾਈਟ। ਫਿਰ ਉਹ ਡੰਗ ਮਾਰਿਆ, ਉਹ ਫਿਰ ਡਿੱਗ ਪਿਆ। ਉਹ ਵਾਰ-ਵਾਰ ਕਰਦਾ ਤੂੰ ਲਾਗੇ ਸਾਡੇ ਵਰਗਾ ਕਹਿੰਦਾ, ਉਹ ਕਹਿੰਦਾ ਤੂੰ ਇਹਨੂੰ ਕਿਉਂ ਰੁਣ ਦੇ ਦਿੰਦੇ ਆ ਵੀ ਤੈਨੂੰ ਮਾਰ ਰਿਹਾ ਡੰਗ, ਤੈਨੂੰ ਡੰਗ ਮਾਰਿਆ ਤੂੰ ਫਿਰ ਉਹਨੂੰ ਕੱਢਣ ਬਚਾਉਂਦੇ ਆ। ਠੀਕ। ਉਹ ਕਹਿੰਦਾ ਜਦੋਂ ਇਹ ਆਪਣਾ ਸਵਾਲ ਨਹੀਂ ਛੱਡਦਾ, ਮੈਂ ਕੋਈ ਸਵਾਲ ਛੱਡਾਂ। ਐਬਸੋਲੂਟਲੀ। ਵੀ ਉਹਦਾ ਕੰਮ ਆ ਡੰਗ ਮਾਰਨਾ, ਉਹ ਆਪਣਾ ਕੰਮ ਕਰ ਰਿਹਾ। ਉਹ ਮੈਨੂੰ ਰੱਬ ਨੇ ਸੋਝੀ ਦਿੱਤੀ ਆ, ਮੈਂ ਬਚਾਉਣਾ ਤੇ ਮੈਂ ਆਪਣਾ ਕੰਮ ਕਰ ਰਿਹਾ। ਮੇਰਾ ਜਿਹੜਾ ਧਰਮ ਆ, ਮੈਂ ਆਪਣਾ ਧਰਮ ਨਿਭਾ ਰਿਹਾ, ਉਹ ਆਪਣਾ ਧਰਮ ਨਿਭਾ ਰਿਹਾ। ਬਿਲਕੁਲ। ਇਹ ਲਈ ਗੁਰਬਾਣੀ ਸਾਨੂੰ ਦੱਸਦੀ ਆ ਕਿ ਅਸੀਂ ਇਨਸਾਨ ਆ। ਰਾਈਟ। ਅਸੀਂ ਇਨਸਾਨਾਂ ਵਾਲੇ ਕੰਮ ਕਰੀਏ। ਸਾਡੇ ਚੰਗੇ ਦਾ ਜੋ ਅਗਲਾ ਕੋਈ ਫਲ ਨਹੀਂ ਦਿੰਦਾ, ਰਾਈਟ, ਸਾਨੂੰ ਜੇ ਉਹ ਸਾਡਾ ਉਸ ਤਰ੍ਹਾਂ ਦਾ ਨਹੀਂ ਮੋੜਦਾ ਤਾਂ ਸਾਨੂੰ ਦੁਖੀ ਹੋਣ ਦੀ ਲੋੜ ਨਹੀਂ। ਸਾਨੂੰ ਆਪਣਾ ਜਿਹੜਾ ਫਰਜ਼ ਆ ਉਹ ਲਗਾਤਾਰ ਜਾਰੀ ਰੱਖਣਾ ਚਾਹੀਦਾ। ਸੋ ਰੀਅਲਾਈਜੇਸ਼ਨ ਜਿਹੜੀ ਹੈਗੀ ਹੈ ਉਹ ਹੈਗਾ ਉਸ ਕਰਮ ਫਿਲਾਸਫੀ ਦਾ ਰਿਜ਼ਲਟ ਜੀ, ਕਿ ਜਦੋਂ ਤੁਹਾਡੇ ਕੋਲ ਉਹ ਰੀਅਲਾਈਜੇਸ਼ਨ ਆ ਜਾਏ ਕਿ ਤੁਸੀਂ ਆਪਣਾ ਫਰਜ਼ ਨਹੀਂ ਛੱਡਣਾ, ਜੋ ਤੁਹਾਡੀ ਹੋਂਦ ਹੈ ਉਸ ਨੂੰ ਨਹੀਂ ਭੁੱਲਣਾ, ਤਾਂ ਆਟੋਮੈਟਿਕਲੀ ਫਿਰ ਸਹੀ ਹੀ ਹੋਏਗਾ, ਕੁਝ ਗਲਤ ਨਹੀਂ ਹੋਏਗਾ ਜੀ। ਅਸੀਂ ਬੜੇ ਸੰਤੁਸ਼ਟ ਰਵਾਂਗੇ। ਰਾਈਟ। ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਲੱਗੀ।
ਅਸੀਂ ਆਪਣਾ ਜਿਹੜਾ ਫਰਜ਼ ਆ ਬਾਖੂਬ ਨਿਭਾ ਜਾਵਾਂਗੇ ਰਾਈਟ ਔਰ ਆਪ ਵੀ ਉਸ ਸੁਗੰਧ ਨੇ ਮਾਣਾਂਗੇ ਵੀ ਲੋਕੀ ਵੀ ਮੰਨਣਗੇ ਦੂਜੇ ਵੀ ਮੰਨਣਗੇ ਔਰ ਸਾਡੀ ਜਨਰੇਸ਼ਨ ਵੀ ਜਿਹੜੀ ਆ ਸਾਡੇ ਤੇ ਫਖਰ ਕਰੂਗੀ ਤੇ ਜਿਹੜੇ ਲੋਕ ਮਾੜਾ ਕਰਕੇ ਜਾਂਦੇ ਆ ਜੀ ਪਰ ਉਹ ਲੋਕ ਜਿਹੜੇ ਆ ਉਹਨਾਂ ਦੇ ਬੱਚੇ ਵੀ ਮਾਣ ਨਹੀਂ ਕਰਦੇ ਠੀਕ ਉਹਨਾਂ ਦੇ ਜਿਹੜਾ ਉਹ ਸੁਸਾਇਟੀ ਵਿੱਚ ਉਸ ਤਰ੍ਹਾਂ ਦਾ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ ਜਿਹੜੇ ਦਿਖਾ ਵੀ ਰਹੇ ਅੱਜ ਇਸ ਕਰਕੇ ਕਿਉਂਕਿ ਲੋਕੀ ਜਿਹੜੇ ਆ ਉਹ ਜਾਗੇ ਹੋਏ ਨਹੀਂ ਸੁੱਤੇ ਹੋਏ ਆ ਇਸ ਕਰਕੇ ਕਰਪਟ ਲੋਕਾਂ ਨੂੰ ਵੀ ਉਸ ਬੜਾ ਮਾਣ ਸਨਮਾਨ ਦੇ ਰਹੇ ਆ ਜਦੋਂ ਲੋਕਾਂ ਵਿੱਚ ਜਾਗਰੂਕਤਾ ਆ ਗਈ ਸੋਝੀ ਆ ਗਈ ਸਮਝ ਆ ਗਈ ਉਦੋਂ ਐਸੇ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਮਾਣ ਸਨਮਾਨ ਨਹੀਂ ਪ੍ਰਾਪਤ ਕਰ ਸਕਦੇ ਉਹ ਸਮਾਂ ਆ ਰਿਹਾ ਰਾਈਟ ਸਮਾਂ ਬਦਲ ਰਿਹਾ ਕਿ ਜਿਹੜੇ ਐਸੇ ਲੋਕ ਜਿਹੜੇ ਲੋਕ ਕਰਪਟ ਲੋਕ ਆ ਬੇਈਮਾਨ ਆ ਪਖੰਡੀ ਆ ਢੋਂਗੀ ਆ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਦੌਲਤ ਕਰਕੇ ਪਦਵੀਆਂ ਕਰਕੇ ਮਾਣ ਸਨਮਾਨ ਦੇ ਰਹੇ ਹਾਂ ਪਰ ਸਹਿਜੇ ਸਹਿਜੇ ਲੋਕ ਜਾਗ ਰਹੇ ਆ ਔਰ ਇੱਕ ਦਿਨ ਐਸਾ ਜ਼ਰੂਰ ਆਊਗਾ ਕਿ ਜਦੋਂ ਇਹਨਾਂ ਲੋਕ ਜਿਹੜੇ ਆ ਉਹ ਪਛਾੜ ਸਿੱਟਣਗੇ ਇਹਨਾਂ ਨੂੰ ਕੋਈ ਮਾਣ ਸਨਮਾਨ ਨਹੀਂ ਦਿੱਤਾ ਜਾਊਗਾ ਬਾਕੀ ਮਨੁੱਖਤਾ ਦੇ ਗੁਣਾਂ ਨੂੰ ਹੀ ਸਲਾਹਿਆ ਜਾਵੇਗਾ ਰਾਈਟ ਭਾਵੇਂ ਸਮੁੱਚੇ ਰੂਪ ਤੇ ਨਹੀਂ ਹੁੰਦਾ ਪਰ ਫਿਰ ਵੀ ਸਮਾਂ ਜਿਹੜਾ ਪਹਿਲਾਂ ਨਾਲੋਂ ਬਹੁਤ ਬਦਲ ਰਿਹਾ ਉਹ ਲੋਕੀ ਜਿਹੜੇ ਆਉਣ ਵਾਲੀ ਚੀਜ਼ ਦੀ ਪਛਾਣ ਕਰਨ ਲੱਗ ਪਏ ਆ ਰਾਈਟ ਇਸ ਲਈ ਅੱਜ ਲੋਕੀ ਨਹੀਂ ਦੇਖਦੇ ਕਿਹੜੇ ਧਰਮ ਦਾ ਜਾਂ ਇਹ ਕਿਹੜੀ ਜ਼ਾਤ ਦਾ ਕਿਹੜੇ ਘਰਾਣੇ ਦਾ ਲੋਕੀ ਜਿਹੜੇ ਸੱਚਮੁੱਚ ਜਿਨ੍ਹਾਂ ਅੰਦਰ ਇਨਸਾਨੀਅਤ ਆ ਉਹ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਦੇਖ ਰਹੇ ਆ ਕਿ ਇਹਦੇ ਇਨਸਾਨੀਅਤ ਕਿੰਨੀ ਕੁ ਆ ਰਾਈਟ ਸੋ ਕਿਉਂਕਿ ਸਮਾਂ ਲਿਮਿਟਡ ਹੈ ਇਹ ਵੀ ਇੱਕ ਵੱਖਰਾ ਟੌਪਿਕ ਹੈ ਲੇਕਿਨ ਮੈਂ ਜ਼ਰੂਰ ਚਾਹਾਂਗਾ ਇਸ ਦੇ ਉੱਤੇ ਤੁਸੀਂ ਆਪਣੇ ਵਿਚਾਰ ਜਾਂਦੇ ਜਾਂਦੇ ਦੇ ਜਾਓ ਕਿ ਫਿਰ ਇੱਥੇ ਧਰਮ ਦੀ ਕੀ ਲੋੜ ਹੈ ਕਿਉਂਕਿ ਅੱਜ ਇਹੀ ਸਵਾਲ ਉੱਠਦਾ ਹੈ ਕਿ ਬਈ ਜੇ ਇਹੀ ਕਾਮਨ ਵਰਚੂਜ਼ ਜਿਹੜੇ ਨੇ ਇਹ ਅਸੀਂ ਲੈ ਲਈਏ ਫਿਰ ਧਰਮ ਦੀ ਕੀ ਲੋੜ ਹੈਗੀ ਹੈ ਇਹਦੇ ਬਾਰੇ ਤੁਸੀਂ ਕਹਿੰਦੇ ਨਹੀਂ ਅਸੀਂ ਦੇਖੋ ਜੋ ਧਰਮ ਦੀ ਗੱਲ ਕਰਦੇ ਆ ਧਰਮ ਹੋਰ ਹੈ ਕੀ ਆ ਜੇ ਵਿਰਚੂ ਮਾਈਨਸ ਕਰਦੇ ਹੋ ਤਾਂ ਧਰਮ ਰਹਿ ਕੀ ਜਾਂਦਾ ਕੁਝ ਨਹੀਂ ਹੈ ਅਸੀਂ ਕਿਉਂਕਿ ਕਰਮ ਕਾਂਡ ਨੂੰ ਧਰਮ ਸਮਝਿਆ ਆ ਰਾਈਟ ਧਰਮ ਹੈ ਕਿ ਜਿਹੜੀ ਆ ਉਹ ਜੀਵਨ ਜਾਂਚ ਆ ਧਰਮ ਸਾਨੂੰ ਸਿਖਾਉਂਦਾ ਕਿ ਅਸੀਂ ਜਿਉਣਾ ਕਿਸ ਤਰ੍ਹਾਂ ਰਾਈਟ ਅਸੀਂ ਇਨਸਾਨ ਆ ਅਸੀਂ ਇਨਸਾਨੀਅਤ ਭਰਪੂਰ ਜੀਵਨ ਕਿਸ ਤਰ੍ਹਾਂ ਜਿਉਣਾ ਪਰ ਅਸੀਂ ਧਰਮ ਸਮਝ ਲਿਆ ਜਿਹੜਾ ਉਹ ਕਰਮ ਕਾਂਡ ਆ ਰਾਈਟ ਜਿਹੜੀ ਸਵਾਲ ਇਹੀ ਤਾਂ ਹੀ ਉੱਠ ਰਹੇ ਆ ਜੀ ਧਰਮ ਜਿਹੜਾ ਉਹ ਵਿਰਚੂ ਹੀ ਤਾਂ ਧਰਮ ਆ ਜਿਹਦੇ ਵਿੱਚ ਸਾਨੂੰ ਅਸੀਂ ਵਾਹਿਗੁਰੂ ਦੇ ਚੋਂ ਕਿ ਸਾਡਾ ਜਿਹੜਾ ਫਲਸਫਾ ਜਿਹੜਾ ਗੁਰਬਾਣੀ ਦਾ ਸਾਨੂੰ ਵਾਹਿਗੁਰੂ ਦਾ ਜਿਹੜਾ ਸਾਡਾ ਕੇਂਦਰ ਬਿੰਦੂ ਆ ਜੀ ਜਿਹੜਾ ਕਿ ਸਾਨੂੰ ਜਿਹੜਾ ਉਹ ਹਰ ਪ੍ਰਸਥਿਤੀ ਵਿੱਚ ਚੜ੍ਹਦੀਆਂ ਕਲਾਂ ਵਿੱਚ ਰੱਖਦਾ ਸਾਨੂੰ ਨਿਰਾਸ਼ ਨਹੀਂ ਹੋਣ ਦਿੰਦਾ ਮਾਯੂਸ ਨਹੀਂ ਹੋਣ ਦਿੰਦਾ ਜੀ ਚੰਗਾ ਕਰਕੇ ਵੀ ਸਾਨੂੰ ਜੇ ਰਿਜ਼ਲਟ ਚੰਗਾ ਨਹੀਂ ਮਿਲ ਰਿਹਾ ਸਾਨੂੰ ਮਾਯੂਸ ਨਹੀਂ ਕਰਦਾ ਠੀਕ ਬਲਕਿ ਸਾਡੀ ਚੜ੍ਹਦੀ ਕਲਾ ਬਰਕਰਾਰ ਰਹਿੰਦੀ ਆ ਰਾਈਟ ਇਹ ਧਰਮ ਹੀ ਸਾਡੀ ਝੋਲੀ ਵੀ ਦਾਤ ਪਾਉਂਦਾ ਇਹ ਵਾਹਿਗੁਰੂ ਦਾ ਜਿਹੜਾ ਵਿਸ਼ਵਾਸ ਆ ਇਹ ਵਿਸ਼ਵਾਸ ਹੀ ਸਾਨੂੰ ਬਲ ਦਿੰਦਾ ਤੇ ਲਈ ਸਾਨੂੰ ਸਮਝਣ ਦੀ ਗੱਲ ਹੈ ਕਿ ਧਰਮ ਹੋਰ ਹੈ ਕੀ ਆ ਠੀਕ ਪਰ ਕਿਉਂਕਿ ਅਸੀਂ ਧਰਮ ਦੀ ਜਿਹੜੀ ਪਰਿਭਾਸ਼ਾ ਉਹ ਪਰਿਭਾਸ਼ਾ ਹੀ ਬਦਲ ਦਿੱਤੀ ਆ ਜੀ ਅਸੀਂ ਜਿਹੜਾ ਕਰਮ ਕਾਂਡ ਆ ਉਹਨੂੰ ਧਰਮ ਬਣਾ ਰਿਹਾ ਇਸ ਕਰਕੇ ਸੁਭਾਵਿਕ ਆ ਫਿਰ ਇਹ ਸਵਾਲ ਉੱਠਣਾ ਰਾਈਟ ਤੇ ਜਿਹੜਾ ਧਰਮ ਆ ਧਰਮ ਇਹਨਾਂ ਨਾਲੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਬਿਲਕੁਲ ਇੱਕੋ ਹੀ ਚੀਜ਼ ਜਿਹੜਾ ਇਸ ਲਈ ਗੁਰਬਾਣੀ ਜਾ ਕੇ ਕਿ ਧਰਮ ਇੱਕੋ ਆ ਰਾਈਟ ਧਰਮ 2 4 5 6 ਧਰਮ ਨਹੀਂਗੇ ਇਸ ਦਾ ਇਹ ਪਾਉਂਦੇ ਕਿ ਸਿੱਖ ਧਰਮ ਜੋ ਜੀਵਨ ਜਾਂਚ ਆ ਸਮੁੱਚੀ ਜਿਹੜੀ ਆ ਉਹ ਇੱਕੋ ਹੀ ਔਰ ਤੁਸੀਂ ਹੈਰਾਨ ਹੋਵੋਗੇ ਜੇ ਸਮੁੱਚੇ ਧਰਮਾਂ ਵਿੱਚ ਜਿਹੜੀਆਂ ਮੂਲ ਗੱਲਾਂ ਹੈਗੀਆਂ ਉਹ ਦੇਖੋ ਉਹ ਸਾਰੇ ਕੰਮ ਨਾ ਬਿਲਕੁਲ ਕੋਈ ਵੀ ਧਰਮ ਇਹ ਨਹੀਂ ਕਹਿੰਦਾ ਤੁਸੀਂ ਕਿ ਤੁਸੀਂ ਵੱਡੀ ਖਾਓ ਬਿਲਕੁਲ ਜੀ ਚੋਰੀ ਕਿਸੇ ਦੇ ਜ਼ੁਲਮ ਘਟਾਓ ਚੋਰੀ ਕਰੋ ਜਾਰੀ ਕਰੋ ਕੋਈ ਧਰਮ ਨਹੀਂ ਕਹਿੰਦਾ ਠੀਕ ਉਹ ਧਰਮ ਦਾ ਤਾਤਾ ਪਰ ਕਿਉਂਕਿ ਸਾਡੇ ਵਰਗੇ ਲੋਕਾਂ ਨੇ ਧਰਮ ਤੇ ਇਹੋ ਜਿਹਾ ਗਲੇਵ ਚੜਾ ਦਿੱਤਾ ਕਿ ਧਰਮ ਦਾ ਮੂੰਹ ਮਾਂਦਰਾ ਵਿਗਾੜ ਦਿੱਤਾ ਔਰ ਇਸੇ ਲਈ ਜਿਹੜਾ ਆਮ ਬੰਦਾ ਉਹ ਧਰਮ ਤੋਂ ਦੂਰ ਹੋ ਰਿਹਾ ਉਹ ਸਮਝਦਾ ਜੇ ਇਹੀ ਧਰਮ ਦਾ ਉਹਦਾ ਚੰਗੇ ਆ ਠੀਕ ਧਰਮ ਜਿਹੜਾ ਧਰਮ ਦੀ ਹਮੇਸ਼ਾ ਲੋੜ ਰਹੀ ਆ ਰਹਿਣੀ ਆ ਔਰ ਇਸ ਜ਼ਮਾਨੇ ਵਿੱਚ ਧਰਮ ਦੀ ਪਹਿਲਾਂ ਨਾਲੋਂ ਜ਼ਿਆਦਾ ਲੋੜ ਆ ਕਿਉਂਕਿ ਅੱਜ ਅਸੀਂ ਭੌਤਿਕਵਾਦ ਦਾ ਇੰਨਾ ਬੋਲ ਬਾਲਾ ਹਰ ਚੀਜ਼ ਕਮਰਸ਼ੀਅਲ ਟਾਈਪ ਹੋ ਗਈ ਆ ਜੀ ਅੱਜ ਜਿਹੜੀ ਆ ਬੰਦਾ ਇੰਨਾ ਜ਼ਿਆਦਾ ਐਸ਼ਾਂਤ ਆ ਬੇਚੈਨ ਆ ਇੰਨੀ ਦੌੜ ਭਾਜਾ ਕਿ ਅੱਜ ਧਰਮ ਹੀ ਮਨੁੱਖ ਨੂੰ ਇੱਕ ਸੱਚੀ ਸੁੱਚੀ ਜ਼ਿੰਦਗੀ ਦੇਣ ਦੇ ਨਾਲ ਨਾਲ ਉਹ ਇਹਨੂੰ ਸਕੂਨ ਦੇ ਸਕਦਾ ਸ਼ਾਂਤੀ ਦੇ ਸਕਦਾ ਟਿਕਾਓ ਦੇ ਸਕਦਾ ਔਰ ਚੈਨ ਦੀ ਨੀਂਦ ਸੌਣ ਲਈ ਇਹਦੀ ਵਿੱਚ ਸਹਾਇਤਾ ਕਰ ਸਕਦਾ ਇਸ ਲਈ ਧਰਮ ਜਿਹੜਾ ਧਰਮ ਦੀ ਹਮੇਸ਼ਾ ਲੋੜ ਰਹੀ ਆ ਔਰ ਰਹਿਣੀ ਆ ਉਹ ਅੱਜ ਦੇ ਯੁੱਗ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਇਹਦੀ ਜ਼ਿਆਦਾ ਲੋੜ ਆ ਕੋਈ ਸ਼ੱਕ ਨਹੀਂ ਜੀ ਕਿਉਂਕਿ ਜਿਸ ਤਰੀਕੇ ਨਾਲ ਸਮਾਜ ਵਿੱਚ ਜੋ ਚੇਂਜਸ ਅਸੀਂ ਦੇਖ ਰਹੇ ਹਾਂ ਧਰਮ ਪਹਿਲੇ ਵੀ ਲੋੜ ਸੀ ਅੱਜ ਵੀ ਹੈ ਪਰ ਇਸ ਨੂੰ ਅਸੀਂ ਕਿਸ ਨਜ਼ਰੀਏ ਨਾਲ ਦੇਖਦੇ ਹਾਂ ਇਹ ਡਿਪੈਂਡ ਕਰਦਾ ਕਿ ਅਸੀਂ ਸਿਰਫ ਉਹ ਕਰਮ ਕਾਂਡਾਂ 'ਚ ਹੀ ਪੈ ਕੇ ਸਮਝ ਰਹੇ ਹਾਂ ਕਿ ਅਸੀਂ ਮੰਦਿਰ ਗੁਰਦੁਆਰਾ ਮਸਜਿਦਾਂ ਜਾ ਕੇ ਆਪਣਾ ਡਿਊਟੀ ਪੂਰੀ ਕਰ ਲਈ ਤੇ ਉਹ ਸਾਡਾ ਧਰਮ ਹੈ ਜਾਂ ਹਰ ਸਮੇਂ ਜਦੋਂ ਸਾਡੇ ਤੇ ਕੋਈ ਵਿਪਤਾ ਆਉਂਦੀ ਹੈ ਤਾਂ ਉਸ ਸਿਧਾਂਤ ਜਿਹੜਾ ਵੀ ਕਿਸੇ ਦਾ ਸਿਧਾਂਤ ਹੈ ਉਸ ਨੂੰ ਸਮਝ ਕੇ ਇੱਕ ਨੇਕ ਤਰੀਕੇ ਨਾਲ ਜਿਹੜਾ ਤੁਸੀਂ ਐਗਜ਼ਾਮਪਲ ਦਿੱਤਾ ਸੀ ਕਿ ਹਰ ਇੱਕ ਜਿਸ ਤਰ੍ਹਾਂ ਉਹ ਜਾਨਵਰ ਸੀ ਕਿ ਉਹਦਾ ਜੋ ਕਰਮ ਹੈ ਉਹ ਪੂਰਾ ਕਰ ਰਿਹਾ ਹੈ ਇਸੇ ਤਰੀਕੇ ਨਾਲ ਇਨਸਾਨ ਜੇਕਰ ਕਰਦੇ ਰਹੇ ਤੇ ਇਹ ਸਮੱਸਿਆਵਾਂ ਹੀ ਹੱਲ ਹੋ ਜਾਣਗੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਕ ਮੈਂ ਗੱਲ ਕਰਨਾ ਚਾਹਾਂ ਸ਼ੋਰ ਕਿ ਮੈਨੂੰ ਕਹਿਣ 'ਚ ਕੋਈ ਸੰਕੋਚ ਨਹੀਂ ਕਿ ਧਰਮ ਮੰਦਰਾਂ ਵਿੱਚ ਧਰਮ ਨਹੀਂ ਸਿਖਾਇਆ ਜਾ ਰਿਹਾ ਠੀਕ ਲੋਕਾਂ ਜਿਹੜੇ ਲੋਕ ਸਮਝਦੇ ਆ ਵੀ ਧਰਮ ਮੰਦਰਾਂ ਵਿੱਚ ਧਰਮ ਦਾ ਅੰਸ਼ ਬਹੁਤ ਮਾਤਰਾ ਘਾਟਾ ਜੋ ਕੋਈ ਸਿਖਾਇਆ ਜਾ ਰਿਹਾ ਉਹਦਾ ਧਰਮ ਨਾਲ ਕੋਈ ਸੰਬੰਧ ਨਹੀਂ
ਬਹੁਤ ਬਹੁਤ ਸ਼ੁਕਰੀਆ ਜੀ। ਇਹ ਪਰਪੱਕਤਾ ਜਿਹੜੀ ਤੁਸੀਂ ਦਿਖਾਉਂਦੇ ਹੈਗੇ ਹੋ, ਕਿਉਂਕਿ ਇਹ ਵੀ ਕਹਿਣਾ ਇੱਕ ਬਹੁਤ ਵੱਡੀ ਗੱਲ ਹੈ। ਆਪ ਹੀ ਉਸ ਥਾਂ ਦੇ ਕੰਮ ਕਰਕੇ ਇਹੋ ਜੀ ਜਿਹੜੀ ਤੁਸੀਂ ਗੱਲ ਕੀਤੀ, ਇਹ ਵਾਕਿਆ 'ਚ ਹੀ ਕਾਬਲੇ ਤਾਰੀਫ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 6046037555 ਜਾਂ ਫਿਰ ਈਮੇਲ ਰਾਹੀਂ ਵੀ ਸੰਪਰਕ ਕਰ ਸਕਦੇ ਹੋ harpreetsingh@gmail.com। ਸਾਡੀ ਵੈਬਸਾਈਟ ਵੀ ਚੱਲ ਰਹੀ ਹੈ harpreetsingh.com ਅਤੇ ਇਹ ਸਾਰੇ ਹੀ ਪ੍ਰੋਗਰਾਮਸ youtube.com/harpreet Singh Show ਤੇ ਜਾ ਕੇ ਦੁਬਾਰਾ ਦੇਖ ਸਕਦੇ ਹੋ। ਤੁਹਾਡੇ ਕੋਲ ਵੀ ਜੇਕਰ ਕੋਈ ਸਵਾਲ ਹੋਏ ਤਾਂ ਸਾਡੇ ਤੱਕ ਜ਼ਰੂਰ ਪਹੁੰਚਾਉਣਾ ਤਾਂ ਕਿ ਉਸ ਦਾ ਜਵਾਬ ਲੈ ਕੇ ਵਾਪਸ ਹਾਜ਼ਰ ਹੋ ਸਕੀਏ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।